ओम शांति। ਅੱਜ 9/2/2022 ਦੀ ਸਵੇਰ ਦੀ ਮੁਰਲੀ ਹੈ। ਅੱਜ ਬਾਬਾ ਨੇ ਆਖਿਆ, ਮਿੱਠੇ ਬੱਚੇ, ਸਭ ਦੁਖੀਆਂ ਨੂੰ ਸੁਖੀ ਬਣਾਉਣਾ ਇਹ ਇੱਕ ਬਾਪ ਦਾ ਹੀ ਫਰਜ਼ ਹੈ। ਉਹ ਹੀ ਸਰਬ ਦਾ ਸਦਗਤੀ ਦਾਤਾ ਹੈ। ਪ੍ਰਸ਼ਨ ਹੈ, ਬਾਪ ਆਪਣੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਲੈ ਜਾਣ ਲਈ ਕਿਹੜੀ ਯੁਕਤੀ ਦੱਸਦੇ ਹਨ? ਬਾਬਾ ਕਹਿੰਦੇ ਹਨ, ਮਿੱਠੇ ਬੱਚੇ, ਮੈਂ ਜੋ ਸੁਣਾਉਂਦਾ ਹਾਂ ਉਹੀ ਸੁਣੋ। ਬਾਕੀ ਜੋ ਕੁਝ ਵੀ ਤੁਸੀਂ ਅੱਜ ਤੱਕ ਸੁਣਿਆ ਹੈ ਉਹ ਸਭ ਕੁਝ ਭੁੱਲ ਜਾਓ, ਕਿਉਂਕਿ ਉਸ ਨੂੰ ਯਾਦ ਰੱਖਣ ਨਾਲ ਹੀ ਤੁਸੀਂ ਥੱਲੇ ਗਿਰਦੇ ਆਏ ਹੋ। ਅੱਜ ਦੂਜਾ ਪ੍ਰਸ਼ਨ ਹੈਗਾ, ਕਿਹੜਾ ਗਹਿਰਾ ਰਾਜ ਤੁਸੀਂ ਬੱਚੇ ਸਮਝਦੇ ਹੋ ਜਿਸ ਵਿੱਚ ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਆ ਜਾਂਦਾ ਹੈ? ਉੱਤਰ ਹੈ, ਬ੍ਰਹਮਾ ਸੋ ਵਿਸ਼ਨੂੰ ਅਤੇ ਵਿਸ਼ਨੂੰ ਸੋ ਬ੍ਰਹਮਾ ਕਿਵੇਂ ਬਣਦਾ ਹੈ? ਕਿਵੇਂ ਦੋਨੋਂ ਇੱਕ ਦੋ ਦੀ ਨਾਭੀ ਵਿੱਚੋਂ ਨਿਕਲਦੇ ਹਨ? ਇਹੀ ਗਹਿਰਾ ਰਾਜ਼ ਬੱਚੇ ਹੀ ਸਮਝਦੇ ਹਨ। ਇਹੀ ਸਾਰੇ ਵੇਦਾਂ ਸ਼ਾਸਤਰਾਂ ਦਾ ਸਾਰ ਹੈ। ਅੱਜ ਦੀ ਬਾਣੀ ਦਾ ਗੀਤ ਹੈਗਾ, ਨੈਣਹੀਨ ਨੂੰ ਰਾਹ ਦਿਖਾਓ ਪ੍ਰਭੂ। ਓਮ ਸ਼ਾਂਤੀ। ਮਿੱਠੇ ਮਿੱਠੇ ਅਤੀ ਪਿਆਰੇ ਸਿੱਕਿਲ ਦੇ ਬੱਚੇ ਅਰਥ ਤੇ ਸਮਝਦੇ ਹਨ। ਉਵੇਂ ਤਾਂ ਬਾਪ ਨੂੰ ਸਾਰੀ ਸ੍ਰਿਸ਼ਟੀ ਦੇ ਬੱਚੇ ਪਿਆਰੇ ਜ਼ਰੂਰ ਹਨ। ਬੱਚੇ ਜਾਣਦੇ ਹਨ, ਇਹ ਜੋ ਵੀ ਮਨੁੱਖ ਮਾਤਰ ਹਨ ਉਹ ਪਰਮ ਪਿਤਾ ਪਰਮਾਤਮਾ ਦੀ ਸੰਤਾਨ ਹਨ। ਈਸ਼ਵਰੀय ਫੈਮਿਲੀ ਹਨ। ਫੈਮਿਲੀ ਵਿੱਚ ਸਭ ਤੋਂ ਜ਼ਿਆਦਾ ਪਿਆਰਾ ਪਿਓ ਹੁੰਦਾ ਹੈ। ਪਿਓ ਨਾਲ ਹੀ ਸਭ ਨੂੰ ਸਭ ਤੋਂ ਜ਼ਿਆਦਾ ਪਿਆਰ ਹੁੰਦਾ ਹੈ। ਜਿਸ ਨੇ ਬੱਚਿਆਂ ਨੂੰ ਰਚਿਆ ਹੈ, ਬੇਹੱਦ ਦਾ ਬਾਪ ਕਹਿੰਦੇ ਹਨ, ਪਿਆਰੇ ਪਿਆਰੇ ਮਿੱਠੇ ਮਿੱਠੇ ਸਿੱਕਿਲ ਦੇ ਬੱਚੇ 5000 ਵਰਿਆਂ ਬਾਅਦ ਫਿਰ ਤੋਂ ਆ ਕੇ ਮਿਲੇ ਹੋ। ਕਦੋਂ ਮਿਲੇ? ਇਸ ਸੰਗਮ ਯੁੱਗ 'ਤੇ ਮਿਲੇ, ਜੋ ਕਿ ਬਾਪ ਆਕਰ ਸਾਰੇ ਬੱਚਿਆਂ ਨੂੰ ਅਸ਼ਾਂਤੀ ਤੋਂ ਸ਼ਾਂਤੀ ਵਿੱਚ ਲੈ ਜਾਂਦੇ ਹਨ। ਸ਼ਾਂਤੀ ਦੇ ਲਈ ਕਿੰਨੀਆਂ ਕਾਨਫਰੰਸ ਆਦਿ ਕਰਦੇ ਹਨ, ਆਪਸ ਵਿੱਚ ਮਿਲਦੇ ਹਨ। ਸ੍ਰਿਸ਼ਟੀ ਵਿੱਚ ਮਾਰਾ ਮਾਰੀ ਬੰਦ ਹੋ ਜਾਵੇ ਅਤੇ ਆਪਸ ਵਿੱਚ ਸ਼ਾਂਤੀ ਕਿਵੇਂ ਹੋਵੇ? ਨਹੀਂ ਤਾਂ ਆਪਸ ਵਿੱਚ ਲੜ ਕੇ ਵਿਨਾਸ਼ ਕਰ ਦਿੰਦੇ ਹਨ। ਵਿਨਾਸ਼ ਤੋਂ ਡਰਦੇ ਹਨ। ਇਹ ਭੁੱਲ ਗਏ ਹਨ ਕਿ ਬਾਪ ਹੀ ਆ ਕਰਕੇ ਸੁਖ ਸ਼ਾਂਤੀ ਮਤਲਬ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਤੁਸੀਂ ਸਭ ਬੈਠੇ ਹੋ ਬੇਹੱਦ ਦੇ ਬਾਪ ਦੇ ਕੋਲ, ਬੇਹੱਦ ਸੁੱਖ ਦਾ ਵਰਸਾ ਪਾਉਣ ਦੇ ਲਈ। ਤੁਸੀਂ ਜਾਣਦੇ ਹੋ, ਪਰਮਪਿਤਾ ਪਰਮਾਤਮਾ ਆ ਕੇ ਫਿਰ ਆਸੁਰੀ ਦੁਨੀਆ ਦਾ ਵਿਨਾਸ਼ ਕਰਦੇ ਹਨ। ਵਿਨਾਸ਼ ਤੇ ਜ਼ਰੂਰ ਹੋਣਾ ਚਾਹੀਦਾ ਹੈ ਨਾ, ਕਿਉਂਕਿ ਇਸ ਸਮੇਂ ਸਭ ਦੁਖੀ ਹਨ। ਇਹ ਬਾਪ ਦਾ ਹੀ ਕਲਪ ਕਲਪ ਦਾ ਫਰਜ਼ ਹੈਗਾ, ਜੋ ਕਿ ਦੁਖੀ ਦੁਨੀਆ ਨੂੰ ਆ ਕਰਕੇ ਸੁਖੀ ਬਣਾਉਂਦੇ ਹਨ। ਬਾਕੀ ਜੋ ਖੁਦ ਹੀ ਦੁਖੀ ਪਤਿਤ ਹਨ, ਉਹ ਫਿਰ ਇਸ ਦੁਨੀਆ ਨੂੰ ਪਾਵਨ ਸੁਖੀ ਕਿਵੇਂ ਬਣਾਉਣਗੇ? ਤਾਂ ਸਾਰੇ ਧਰਮ ਵਾਲੇ ਜੋ ਵੀ ਆਉਂਦੇ ਹਨ, ਉਹ ਆਪਣੇ ਧਰਮ ਸਥਾਪਨ ਕਰਨ ਦੇ ਲਈ ਹੀ ਆਉਂਦੇ ਹਨ। ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਗੋਡ ਗੋਡਿਸ ਦਾ ਰਾਜ ਸੀ। ਉਸ ਸਮੇਂ 80 ਲੋਕੀ ਨਹੀਂ ਸੀ। ਪ੍ਰਾਚੀਨ ਭਾਰਤ ਦੀ ਬਹੁਤ ਮਹਿਮਾ ਹੈਗੀ। ਭਗਵਾਨ ਨੇ ਪਹਿਲਾਂ ਇਸ ਦੁਨੀਆ ਨੂੰ ਸਵਰਗ ਬਣਾਇਆ ਸੀ। ਉਸ ਦਾ ਮਾਲਿਕ ਫਿਰ ਕੌਣ ਸੀ? ਭਾਰਤ ਮਾਲਿਕ ਸੀ ਸਾਰੀ ਦੁਨੀਆ ਵਿੱਚ। ਸਵਰਗ ਵਿੱਚ ਹੀਰੇ ਸੋਨੇ ਦੇ ਮਹਿਲ ਹਨ। ਭਾਰਤ ਬਹੁਤ ਸ਼ਾਹੂਕਾਰ ਸੀ। ਹੁਣ ਕਲਯੁਗ ਦੇ ਅੰਤ ਵਿੱਚ
ਅਨੇਕਾਨੇਕ ਧਰਮ ਹੋ ਗਏ ਨੇ, ਬਾਕੀ ਇੱਕ ਦੇਵਤਾ ਧਰਮ ਪ੍ਰਾਇਲੋਪ ਹੋ ਗਿਆ ਹੈ। ਸਾਰੀ ਦੁਨੀਆ ਕੰਗਾਲ ਮਹਾਨ ਦੁਖੀ ਬਣ ਗਈ ਹੈ। ਹੁਣ ਉਹ ਬਾਪ ਕਹਿੰਦੇ ਹਨ, ਇਹ ਬ੍ਰਹਮਾ ਦਾਦਾ ਦਾ ਸਰੀਰ ਲੈ ਕੇ ਮੈਂ ਆਂਦਾ ਹਾਂ ਔਰ ਕਹਿੰਦਾ ਹਾਂ। ਨਿਰਾਕਾਰ ਬਾਪ ਆਖਦੇ ਹਨ, ਇਹ ਸਰੀਰ ਦੁਆਰਾ ਹੀ, ਇਹ ਬ੍ਰਹਮਾ ਦੁਆਰਾ ਹੀ ਮੈਂ ਤੁਹਾਨੂੰ ਤੁਹਾਡੇ ਜਨਮਾਂ ਦੇ ਬਾਰੇ ਦੱਸਦਾ ਹਾਂ। ਇਹ ਵੀ ਆਪਣੇ ਜਨਮਾਂ ਨੂੰ ਨਹੀਂ ਜਾਣਦਾ, ਤੁਸੀਂ ਵੀ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਸੀ। ਮੈਂ ਸਾਧਾਰਣ ਤੇ ਬੁੱਢੇ ਤਨ ਵਿੱਚ ਆ ਕੇ ਪ੍ਰਵੇਸ਼ ਕਰਦਾ ਹਾਂ, ਆਉਂਦਾ ਹੀ ਹਾਂ ਭਾਰਤ ਵਿੱਚ। ਇਹ ਆਪਣੇ ਜਨਮਾਂ ਨੂੰ ਨਹੀਂ ਜਾਣਦਾ। ਮੈਂ ਆ ਕੇ ਇਹਨਾਂ ਨੂੰ ਸਮਝਾਉਂਦਾ ਹਾਂ। ਇਹ ਸਭ ਬਣਾ ਬਣਾਇਆ ਬੇਹੱਦ ਦਾ ਡਰਾਮਾ ਹੈਗਾ, ਜਿਹੜਾ ਸੈਕਿੰਡ ਬਾਏ ਸੈਕਿੰਡ ਰਿਪੀਟ ਹੁੰਦਾ ਹੀ ਰਹਿੰਦਾ ਹੈ। ਇਹ ਬੇਹੱਦ ਡਰਾਮਾ ਦਾ ਰਾਜ ਬਾਪ ਹੀ ਆ ਕੇ ਬੱਚਿਆਂ ਨੂੰ ਦੱਸਦੇ ਹਨ। ਬਾਪ ਆਖਦੇ ਹਨ ਬੱਚਿਆਂ ਨੂੰ, ਜੋ ਕੁਝ ਵੀ ਤੁਸੀਂ ਅੱਜ ਤੱਕ ਦਾਨ ਪੁੰਨ ਆਦਿ ਕੀਤਾ ਹੈਗਾ, ਉਹ ਸਭ ਕੁਝ ਤੁਹਾਡਾ ਬੇਕਾਰ ਗਿਆ ਹੈ। ਇਸ ਵਿੱਚ ਕੁਝ ਵੀ ਤੁਹਾਨੂੰ ਪ੍ਰਾਪਤੀ ਨਹੀਂ ਹੋਈ, ਕਿਉਂਕਿ ਭਾਰਤ ਹੀ ਹੁਣ ਦੁਖੀ ਕੰਗਾਲ ਗਰੀਬ ਬਣ ਗਿਆ ਹੈ। ਇਹ ਇੰਨੇ ਸਭ ਚਿੱਤਰ ਆਦਿ ਜੋ ਵੀ ਬਣਾਉਂਦੇ ਹਨ, ਇਹਨਾਂ ਨੂੰ ਗੁੱਡੀਆਂ ਦੀ ਪੂਜਾ ਆਖਿਆ ਜਾਂਦਾ ਹੈ। ਚਿੱਤਰ ਬਣਾਉਂਦੇ ਹਨ, ਫਿਰ ਉਹਨਾਂ ਨੂੰ ਖਵਾਉਂਦੇ ਹਨ, ਪਿਲਾਉਂਦੇ ਹਨ, ਫਿਰ ਡੁਬੋ ਦਿੰਦੇ ਹਨ। ਇਹ ਸਭ ਬੇਸਮਝੀ ਹੋ ਗਈ ਨਾ। ਯੋਗ ਵੀ ਲੋਕ ਕਰਦੇ ਨੇ ਤੇ ਸਰੀਰਿਕ ਯੋਗ ਹੀ ਕਰਦੇ ਹਨ। ਯੱਗ ਵੀ ਰਚਦੇ ਹਨ ਤੇ ਯੱਗ ਵਿੱਚ ਮਿੱਟੀ ਦੇ ਇੱਕ ਵੱਡਾ ਸ਼ਿਵਲਿੰਗ ਬਣਾਉਂਦੇ ਹਨ ਤੇ ਛੋਟੇ ਛੋਟੇ ਸ਼ਾਲੀਗ੍ਰਾਮ ਵੀ ਬਣਾਉਂਦੇ ਹਨ। ਇਹ ਕਿਸ ਦੀ ਪੂਜਾ ਕਰਦੇ ਹਨ, ਇਹ ਵੀ ਨਹੀਂ ਸਮਝਦੇ। ਇਹ ਹੈ ਬਾਪ ਅਤੇ ਬੱਚਿਆਂ ਦੀ ਪੂਜਾ। ਬਾਪ ਅਤੇ ਬੱਚਿਆਂ ਨੇ ਸਰਵਿਸ ਕੀਤੀ ਹੈ ਨਾ, ਤਾਂ ਉਹਨਾਂ ਦੀ ਪੂਜਾ ਹੁੰਦੀ ਹੈ। ਸ਼ਿਵ ਦਾ ਸ਼ਿਵਲਿੰਗ ਬਣਾਉਂਦੇ ਹਨ। ਤੁਹਾਡੇ ਬੱਚਿਆਂ ਦੇ ਵੀ ਸ਼ਾਲੀਗ੍ਰਾਮ ਬਣਦੇ ਹਨ। ਤੁਸੀਂ ਬੱਚੇ ਹੁਣ ਬਰੋਬਰ ਭਾਰਤ ਨੂੰ ਪਵਿੱਤਰ ਬਣਾਉਣ ਦੀ ਸਰਵਿਸ ਕਰ ਰਹੇ ਹੋ। ਤੁਸੀਂ ਹੋ ਖੁਦਾਈ ਖਿਦਮਤਗਾਰ। ਤੁਹਾਡੀ ਬਾਪ ਨਾਲ ਪ੍ਰੀਤ ਹੈਗੀ। ਬਾਪ ਦੀ ਸ਼੍ਰੀਮਤ ਤੇ ਚੱਲਦੇ ਹੋ ਤੇ ਸ਼੍ਰੀਮਤ ਭਾਗਵਤ ਗੀਤਾ ਵੀ ਗਾਈ ਹੋਈ ਹੈ। ਭਗਵਾਨ ਕੋਈ ਸ਼ਾਸਤਰ ਨਹੀਂ ਪੜ੍ਹਾਉਂਦੇ। ਕੋਈ ਵੀ ਧਰਮ ਸਥਾਪਕ ਕਦੇ ਵੀ ਸ਼ਾਸਤਰ ਨਹੀਂ ਉਠਾਉਂਦੇ। ਉਹ ਆਉਂਦੇ ਹੀ ਹਨ ਆਪਣਾ ਧਰਮ ਸਥਾਪਨ ਕਰਨ ਲਈ। ਉਹਨਾਂ ਦੇ ਕੋਲ ਜੋ ਨੌਲੇਜ ਹੈਗੀ, ਉਹਨਾਂ ਤੋਂ ਹੀ ਫਿਰ ਸ਼ਾਸਤਰ ਬਣਦੇ ਨੇ। ਇਹੀ ਨਹੀਂ ਕਿ ਕਮਾਈ ਕੀਤੀ ਹੈ, ਆ ਕਰਕੇ ਆਉਂਦੇ ਹਨ, ਕੋਈ ਸ਼ਾਸਤਰ ਪੜ੍ਹ ਕੇ ਸੁਣਾਉਂਦੇ ਹਨ ਕਿ ਬਾਈਬਲ ਪੜ੍ਹ ਕੇ ਸੁਣਾਉਣਗੇ। ਨਹੀਂ, ਆ ਕੇ ਧਰਮ ਸਥਾਪਨ ਕਰਦੇ ਹਨ। ਬਾਪ ਆ ਕੇ ਸ਼੍ਰੀਮਤ ਦਿੰਦੇ ਹਨ। ਸ਼੍ਰੀਮਤ ਮਤਲਬ ਸ੍ਰੇਸ਼ਟ ਮਤ, ਉੱਚੀ ਤੇ ਉੱਚੀ ਮਤ ਹੈ ਹੀ ਇੱਕ ਭਗਵਾਨ ਦੀ। ਤੁਸੀਂ ਬੱਚੇ ਹੁਣ ਸ਼੍ਰੀਮਤ ਤੇ ਚੱਲਦੇ ਹੋ। ਬਾਪ ਕਹਿੰਦੇ ਹਨ, ਮੈਨੂੰ ਯਾਦ ਕਰੋ। ਬਸ ਅੱਖਰ ਹੀ ਦੋ ਨੇ। ਵੱਡੇ ਪਿਆਰ ਨਾਲ ਬਾਪ ਕਹਿੰਦੇ ਨੇ, ਬੱਚੇ ਆਪਣੇ ਨੂੰ ਆਤਮਾ ਸਮਝ ਕਰ ਮੈਨੂੰ ਇੱਕ ਨੂੰ ਹੀ ਯਾਦ ਕਰੋ। ਬਾਕੀ ਸਭ ਮਨੁੱਖ ਆਤਮਾਵਾਂ ਹਨ। ਇਨ ਸਭ ਆਤਮਾਵਾਂ ਨੂੰ ਪਾਵਨ ਬਣਾ ਕੇ ਮੈਂ ਹੀ ਵਾਪਸ ਘਰ ਲੈ ਜਾਂਦਾ ਹਾਂ। ਮੈਂ ਤੁਹਾਡੇ ਲਈ ਫਿਰ ਤੋਂ ਆਇਆ ਹਾਂ, ਤੁਹਾਨੂੰ ਵਾਪਸ ਘਰ ਲੈ ਜਾਣ ਲਈ। ਇਹ ਬਾਬਾ ਆਤਮਾਵਾਂ ਨਾਲ ਗੱਲ ਕਰਦੇ ਹਨ। ਇਹਨਾਂ ਦੀ ਆਤਮਾ ਵੀ ਸੁਣਦੀ ਹੈ। ਬਰੋਬਰ ਬਾਬਾ ਸਾਨੂੰ ਨੌਲੇਜ ਦੇ ਰਹੇ ਹਨ। ਇਹਨਾਂ ਨੂੰ ਆਪਣਾ ਸਰੀਰ ਤੇ ਹੈ ਨਹੀਂ। ਸ਼੍ਰੀ ਕ੍ਰਿਸ਼ਨ ਦਾ ਸਾਧਾਰਨ ਰੂਪ ਨਹੀਂ ਕਹਾਂਗੇ। ਉਹ ਤਾਂ ਸਵਰਗ ਦਾ ਪਹਿਲਾ ਪ੍ਰਿੰਸ ਸੀ। ਫਿਰ ਇਹੀ ਸਭ ਕਹਿ ਦਿੰਦੇ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਵਾਚ। ਇਹੀ ਤਾਂ ਹੋ ਹੀ ਨਹੀਂ ਸਕਦਾ। ਕਿੰਨਾ ਫਰਕ ਹੈਗਾ।
ਸੰਗਮ ਤੇ ਸ਼੍ਰੀ ਕ੍ਰਿਸ਼ਨ ਹੋ ਹੀ ਨਹੀਂ ਸਕਦਾ। ਆਰਟੀਫਿਸ਼ਲ ਕ੍ਰਿਸ਼ਨ ਤੇ ਬਹੁਤ ਬਣਾਉਂਦੇ ਹਨ, ਬਾਕੀ ਪ੍ਰੈਕਟੀਕਲ ਸਤਯੁਗ ਵਿੱਚ ਹੀ ਹੋਵੇਗਾ। ਕ੍ਰਿਸ਼ਨ ਦੇ ਨਾਮ ਵਾਲਾ ਦੂਜਾ ਕੋਈ ਵੀ ਨਹੀਂ ਹੋ ਸਕਦਾ। ਅੱਜ ਕੱਲ੍ਹ ਨਾਮ ਤੇ ਬਹੁਤ ਆਪਣੇ ਉੱਪਰ ਰਖਵਾਉਂਦੇ ਹਨ। ਬਾਪ ਕਹਿੰਦੇ ਹਨ, ਬੱਚੇ ਇਸ ਅੰਤਿਮ ਜਨਮ ਵਿੱਚ ਪਵਿੱਤਰ ਬਣੋ ਤਾਂ ਪਵਿੱਤਰ ਦੁਨੀਆ ਦੇ ਤੁਸੀਂ ਮਾਲਕ ਬਣ ਜਾਓਗੇ। ਪਵਿੱਤਰਤਾ ਤਾਂ ਸਭ ਤੋਂ ਚੰਗੀ ਹੈ। ਬਹੁਤ ਬੱਚੀਆਂ ਮਾਰ ਵੀ ਖਾਂਦੀਆਂ ਨੇ, ਅਬਲਾਵਾਂ ਤੇ ਅਤਿਆਚਾਰ ਵੀ ਹੁੰਦੇ ਨੇ। ਲਿਖਦੇ ਹਨ, ਬਾਬਾ ਕੀ ਕਰੀਏ, ਸਾਨੂੰ ਇਸ ਬੰਧਨ ਤੋਂ ਛੁਡਾਓ। ਨਾਟਕ ਵਿੱਚ ਵੀ ਵਿਖਾਉਂਦੇ ਨੇ, ਦ੍ਰੋਪਦੀ ਨੂੰ ਸਾੜੀਆਂ ਦਿੱਤੀਆਂ। ਇਹ ਇੱਕ ਕਹਾਣੀ ਬਣਾ ਦਿੱਤੀ ਹੈ। ਬਾਬਾ ਕਹਿੰਦੇ ਹਨ, ਬੱਚੇ ਹੁਣ ਪਵਿੱਤਰ ਬਣਨ ਨਾਲ ਤੁਸੀਂ 21 ਜਨਮ ਕਦੇ ਵੀ ਨਗਨ ਨਹੀਂ ਹੋਵੋਗੇ। ਉੱਥੇ ਹੈ ਹੀ ਰਾਮ ਰਾਜ, ਸੁਖ। ਵਿਕਾਰ ਹੈ ਅਸ਼ੁੱਧ ਅਹੰਕਾਰ, ਦੇਹ ਅਭਿਮਾਨ। ਦੇਹ ਨਾਲ ਹੀ ਸਾਰੇ ਵਿਕਾਰ ਆਉਂਦੇ ਹਨ। ਉੱਥੇ ਹਨ ਆਤਮ ਅਭਿਮਾਨੀ। ਆਤਮ ਅਭਿਮਾਨੀ ਸਮਝਦੇ ਹਨ, ਅਸੀਂ ਪੁਰਾਣਾ ਸਰੀਰ ਛੱਡ ਦੂਜਾ ਲੈਂਦੇ ਹਾਂ। ਉਸ ਨੂੰ ਆਤਮ ਅਭਿਮਾਨੀ ਆਖਿਆ ਜਾਂਦਾ ਹੈ। ਬਾਪ ਕਹਿੰਦੇ ਹਨ, ਤੁਸੀਂ ਸਭ ਆਤਮਾਵਾਂ ਹੋ। ਸ਼ਿਵ ਬਾਬਾ ਨੂੰ ਯਾਦ ਕਰਦੇ ਹੋ, ਕਿਉਂਕਿ ਹੁਣ ਵਾਪਿਸ ਜਾਣਾ ਹੈ। ਇਹੀ ਹੈ ਆਤਮਾਵਾਂ ਦੀ ਸੱਚੀ ਰੂਹਾਨੀ ਯਾਤਰਾ। ਸਭ ਨੂੰ ਵਾਪਸ ਬਾਪ ਦੇ ਕੋਲ ਜਾਣਾ ਹੈ। ਤੀਰਥ ਯਾਤਰਾ ਤੇ ਜਾਣਾ ਹੁੰਦਾ ਹੈ। ਰਾਸਤੇ ਵਿੱਚ ਫਿਰ ਰਾਮ ਰਾਮ ਕਹਿੰਦੇ ਜਾਂਦੇ ਨੇ। ਬਾਪ ਕਹਿੰਦੇ ਨੇ, ਤੁਸੀਂ ਬਾਪ ਨੂੰ ਯਾਦ ਕਰਦੇ ਚਲੋ। ਹੁਣ ਸਾਰੀ ਦੁਨੀਆ ਤੇ ਰਾਜਯੋਗ ਨਹੀਂ ਸਿੱਖੇਗੀ। ਕਲਪ ਪਹਿਲਾਂ ਵਾਲੇ ਹੀ ਇੱਥੇ ਆਉਣਗੇ। ਹੁਣ ਕਲਮ ਲੱਗ ਰਹੀ ਹੈ। ਜਿਹੜੇ ਵੀ ਦੇਵੀ ਦੇਵਤਾ ਧਰਮ ਦੇ ਹੋਣੇ ਉਹੀ ਆਣਗੇ ਮਿੱਠੇ ਝਾੜ ਦੇ ਵਿੱਚ। ਬਾਕੀ ਟਾਲੀਆਂ ਤੇ ਖੜੀਆਂ ਹਨ। ਬਾਕੀ ਸਾਰਾ ਪੇੜ ਹੁਣ ਜੜ ਚੜੀ ਪੂਤ ਅਵਸਥਾ ਨੂੰ ਪਾਇਆ ਹੋਇਆ ਹੈ। ਬਾਪ ਕਹਿੰਦੇ ਹਨ, ਤੁਹਾਡਾ ਭਾਰਤ ਕਿੰਨਾ ਸਿਰਤਾਜ ਸੀ। ਧਰਮ ਦੇ ਲਈ ਕਿੰਨਾ ਜ਼ਿਆਦਾ ਕਰਦੇ ਸੀ। ਰਿਲੀਜਨ ਇਜ਼ ਮਾਈਟ ਆਖਿਆ ਜਾਂਦਾ ਹੈ। ਹੁਣ ਤਾਂ ਦੇਵਤਾ ਧਰਮ ਹੈ ਹੀ ਨਹੀਂ। ਫਿਰ ਉਹ ਧਰਮ ਕਿਵੇਂ ਸਥਾਪਨ ਹੋਵੇ। ਬਾਪ ਹੈ ਹੀ ਸਰਵ ਸ਼ਕਤੀਵਾਨ ਬਾਪ ਵਰਸਾ ਉਹਨਾਂ ਨੂੰ ਦਿੰਦੇ ਹਨ ਜਿਹੜੇ ਬਾਪ ਦੀ ਸ਼੍ਰੀਮਤ ਤੇ ਚੱਲਦੇ ਹਨ। ਤਾਕਤ ਵੀ ਉਹਨਾਂ ਨੂੰ ਹੀ ਮਿਲਦੀ ਹੈ। ਬਾਪ ਹੈ ਸ੍ਰਿਸ਼ਟੀ ਦਾ ਬੀਜ ਰੂਪ। ਅਸੀਂ ਉਹਨਾਂ ਦੀ ਫੈਮਿਲੀ ਹੋ ਗਏ। ਬਾਪ ਹੈ ਚੇਤਨ ਗਿਆਨ ਦਾ ਸਾਗਰ। ਸਭ ਕੁਝ ਆਤਮਾ ਵਿੱਚ ਹੈ। ਆਤਮਾ ਹੀ ਸੁਣਦੀ ਹੈਗੀ, ਆਤਮਾ ਹੀ ਪੜ੍ਹਦੀ ਹੈਗੀ। ਆਤਮਾ ਵਿੱਚ ਹੀ ਚੰਗੇ ਤੇ ਮਾੜੇ ਦਾ ਗਿਆਨ ਹੁੰਦਾ ਹੈ। ਸੰਸਕਾਰ ਵੀ ਆਤਮਾ ਵਿੱਚ ਹੁੰਦੇ ਨੇ। ਇਸ ਸਮੇਂ ਸਭ ਦੀ ਆਤਮਾ ਤਮੋ ਪ੍ਰਧਾਨ ਹੋ ਗਈ ਹੈ। ਸਭ ਤੋਂ ਜ਼ਿਆਦਾ ਤਮੋ ਪ੍ਰਧਾਨ ਬੁੱਧੀ ਭਾਰਤ ਵਾਸੀ ਹੀ ਬਣੇ ਹਨ। ਸ੍ਰੇਸ਼ਟ ਆਤਮਾਵਾਂ ਵੀ ਭਾਰਤ ਦੀਆਂ ਹੀ ਹਨ। ਉਹ ਹੀ ਹੈਵਨ ਦੀ ਮਾਲਿਕ ਸਨ। ਇਹ ਨਾਟਕ ਬਣਾਇਆ ਹੋਇਆ ਹੈ। ਸਭ ਨੂੰ ਆਪਣਾ ਪਾਰਟ ਮਿਲਿਆ ਹੋਇਆ ਹੈ। ਆਤਮਾਵਾਂ ਸਭ ਇੱਕੋ ਜਿਹੀਆਂ ਹਨ। ਉਹਨਾਂ ਵਿੱਚ ਕੋਈ ਛੋਟਾ ਵੱਡਾ ਨਹੀਂ ਹੈ। ਇਵੇਂ ਨਹੀਂ ਕਿ ਸਾਡੀ ਆਤਮਾ ਛੋਟੀ ਹੈ, ਬਾਬਾ ਦੀ ਆਤਮਾ ਵੱਡੀ ਹੈ। ਨਹੀਂ, ਆਤਮਾ ਛੋਟੀ ਵੱਡੀ ਨਹੀਂ ਹੁੰਦੀ। ਆਤਮਾ 84 ਜਨਮਾਂ ਦਾ ਪਾਰਟ ਫਿਰ ਤੋਂ ਰਿਪੀਟ ਕਰਦੀ ਹੈ। ਉਹਨਾਂ ਦੀ ਕਦੇ ਐਂਡ ਨਹੀਂ ਹੁੰਦੀ। ਇੱਕ ਆਤਮਾ ਕਿੰਨਾ ਸਾਰਾ ਪਾਰਟ ਵਜਾਉਂਦੀ ਹੈਗੀ। ਉਹ ਪਾਰਟ ਰਿਪੀਟ ਹੁੰਦਾ ਰਹਿੰਦਾ ਹੈ। ਆਤਮਾਵਾਂ ਹੀ ਪਾਰਟ ਵਜਾ ਰਹੀਆਂ ਹਨ। ਪਰਮਾਤਮਾ ਪਾਰਟ ਨਹੀਂ ਵਜਾਉਂਦਾ। ਬਾਪ ਆਖਦੇ ਹਨ, ਮੈਂ ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਆਉਂਦਾ। ਇਸ ਲਈ ਮੇਰੇ ਕੋਲ ਆਪਣਾ ਸਰੀਰ ਨਹੀਂ ਹੈਗਾ। ਮੈਂ ਇਸ ਸਰੀਰ ਦਾ ਆਧਾਰ ਲੈਂਦਾ ਹਾਂ। ਇਹ ਆਤਮਾ ਦੇਖੋ ਕਿੰਨੀ ਛੋਟੀ ਚੀਜ਼ ਹੈ। ਇੰਨੀ ਛੋਟੀ ਚੀਜ਼ 'ਚ ਕਿੰਨਾ ਵੱਡਾ ਪਾਰਟ ਭਰਿਆ ਹੋਇਆ ਹੈ। ਜਿਸ ਦੀ ਪੂਜਾ ਸਾਰੀ ਦੁਨੀਆ ਕਰਦੀ ਹੈ, ਉਸ ਨੂੰ ਹੀ ਕੋਈ ਜਾਣਦਾ ਨਹੀਂ।
ਜਿਸ ਨੂੰ ਸ਼ਿਵ ਅਤੇ ਰੁਦਰ ਵੀ ਕਿਹਾ ਜਾਂਦਾ ਹੈ। ਹੁਣ ਬਿੰਦੀ ਮਿਸਲ ਤਿਲਕ ਕਰਦੇ ਹਨ, ਪਰ ਜਾਣਦੇ ਨਹੀਂ ਕਿ ਆਤਮਾ ਹੈ ਹੀ ਬਿੰਦੀ ਮਿਸਲ। ਭਗਤੀ ਦੇ ਲਈ ਫਿਰ ਵੱਡਾ ਬਣਾਉਂਦੇ ਹਨ, ਜਿਸ ਦੀ ਫਿਰ ਪੂਜਾ ਕਰ ਸਕਣ, ਜਿਸ ਨੂੰ ਸ਼ਿਵ ਵੀ ਆਖਿਆ ਜਾਂਦਾ ਹੈ। ਇਸ ਸਮੇਂ ਸਭ ਦੀ ਆਤਮਾ ਅਤੇ ਸਰੀਰ ਦੋਵੇਂ ਹੀ ਪਤਿਤ ਹੋ ਗਏ ਹਨ। ਫਿਰ ਪਾਵਨ ਬਣਨਾ ਹੈ। ਤੁਸੀਂ ਅਵਿਅਭਚਾਰੀ ਬਣੋ। ਫਿਰ ਤੋਂ ਇੱਕ ਹੀ ਹੋ ਕਰਕੇ ਸੁਣਨਗੇ, ਇੱਕ ਨੂੰ ਹੀ ਯਾਦ ਕਰਨਾ ਹੈ। ਬਾਬਾ ਤੁਸੀਂ ਤਾਂ ਵੱਡੀ ਕਮਾਲ ਕਰਦੇ ਹੋ, ਕਿਵੇਂ ਦਾ ਗਿਆਨ ਸੁਣਾਉਂਦੇ ਹੋ। ਹੋਰ ਕਿਸੇ ਦੀ ਵੀ ਤਾਕਤ ਨਹੀਂ ਹੈ ਜੋ ਇਹ ਨੌਲੇਜ ਦੇ ਸਕੇ। ਤੁਹਾਡੀ ਚੜ੍ਹਦੀ ਕਲਾ ਹੁਣ ਹੋ ਜਾਂਦੀ ਹੈ। ਬਾਪ ਆ ਕੇ ਪੜ੍ਹਾਉਂਦੇ ਹਨ। ਇਸ ਸਮੇਂ ਸਾਰੇ ਮਨੁੱਖ ਮਾਤਰ ਪਤਿਤ ਹਨ। ਇਸ ਲਈ ਬਾਪ ਕਹਿੰਦੇ ਹਨ, ਮੈਂ ਸਭ ਦਾ ਉଦ୍ਧਾਰ ਕਰਨ ਲਈ ਆਉਂਦਾ ਹਾਂ। ਰਾਤ ਨੂੰ ਦਿਨ ਵਿੱਚ ਬਦਲ ਦਿੰਦਾ ਹਾਂ। ਗਾਉਂਦੇ ਵੀ ਹਨ, ਨੈਣਹੀਨ ਨੂੰ ਹੁਣ ਰਾਹ ਦਿਖਾਓ। ਗਾਇਆ ਤਾਂ ਸਾਰਿਆਂ ਨੇ ਹੈ, ਆਖਦੇ ਵੀ ਸਾਰੇ ਨੇ ਕਿ ਹੁਣ ਰਾਹ ਦਿਖਾਓ। ਨੈਣ ਆਖਿਆ ਜਾਂਦਾ ਹੈ ਆਤਮਾ ਨੂੰ। ਆਤਮਾ ਦੇ ਨੈਣ ਹੈ ਨਹੀਂ, ਇਸ ਲਈ ਰਾਹ ਭਟਕ ਗਏ ਨੇ। ਮਨੁੱਖ ਕਹਿੰਦੇ ਨੇ, ਹੁਣ ਸਾਨੂੰ ਇਸ ਦੁਨੀਆ ਤੋਂ ਪਾਰ ਲੈ ਚੱਲੋ। ਹੁਣ ਤੁਸੀਂ ਜਾਣਦੇ ਹੋ, ਸਭ ਨੂੰ ਸਦਗਤੀ ਦੇਣ ਵਾਲਾ ਤੇ ਇੱਕ ਹੀ ਹੈ। ਫਿਰ ਮਨੁੱਖ 84 ਜਨਮ ਬਾਅਦ ਬ੍ਰਹਮਾ ਦੁਆਰਾ ਆ ਕਰਕੇ ਫਿਰ ਮੈਨੂੰ ਮਿਲਦੇ ਨੇ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ ਦਾ ਗਹਿਰਾ ਰਾਜ ਵੀ ਹੁਣ ਤੁਸੀਂ ਹੀ ਸਮਝਦੇ ਹੋ। ਹੁਣ ਬ੍ਰਹਮਾ ਮੁਖ ਦੁਆਰਾ ਤੁਸੀਂ ਬ੍ਰਾਹਮਣ ਬੰਦੇ ਹੋ। ਬ੍ਰਾਹਮਣ ਜਨਮ ਹੀ ਗਾਇਆ ਹੋਇਆ ਹੈ ਨਾ, ਤੇ ਕਿੰਨਾ ਨਸ਼ਾ ਤੁਹਾਨੂੰ ਚੜ੍ਹਨਾ ਚਾਹੀਦਾ ਹੈ। ਬ੍ਰਹਮਾ ਦਾ ਜਨਮ ਹੋਇਆ ਤਾਂ ਕਿੰਨਾ ਨਸ਼ਾ ਉਹਨੂੰ ਚੜ੍ਹਿਆ। ਖੁਸ਼ੀ ਤੁਸੀਂ ਬੱਚਿਆਂ ਨੂੰ ਵੀ ਹੋਣੀ ਚਾਹੀਦੀ ਹੈ। ਅੱਛਾ, ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਦੇ ਲਈ ਮੁੱਖ ਸਾਰ ਹੈਗਾ, ਸੰਪੂਰਨ ਪਾਵਨ ਬਣਨ ਦੇ ਲਈ ਅਵਿਅਭਚਾਰੀ ਬਣਨਾ ਹੈ। ਇੱਕ ਬਾਪ ਤੋਂ ਸੁਣਨਾ ਹੈ, ਇੱਕ ਨੂੰ ਹੀ ਯਾਦ ਕਰਨਾ ਹੈ। ਦੂਜੀ ਗੱਲ ਹੈਗੀ, ਖੁਦਾਈ ਖਿਦਮਤਗਾਰ ਬਣ ਭਾਰਤ ਨੂੰ ਪਾਵਨ ਬਣਾਉਣ ਦੀ ਸੇਵਾ ਕਰਨੀ ਹੈ। ਇੱਕ ਬਾਪ ਨਾਲ ਪ੍ਰੀਤ ਬੁੱਧੀ ਰੱਖਣੀ ਹੈ। ਵਰਦਾਨ ਹੈਗਾ, ਸਵ ਸਥਿਤੀ ਦੁਆਰਾ ਹਰ ਪ੍ਰਸਥਿਤੀ ਨੂੰ ਪਾਰ ਕਰਨ ਵਾਲੇ ਮਾਸਟਰ ਤਰਕਾਲਦਰਸ਼ੀ ਭਵ। ਸਵ ਸਥਿਤੀ ਦੁਆਰਾ ਹਰ ਪ੍ਰਸਥਿਤੀ ਨੂੰ ਪਾਰ ਕਰਨ ਵਾਲੇ ਮਾਸਟਰ ਤਰਕਾਲਦਰਸ਼ੀ ਭਵ। ਜੋ ਬੱਚੇ ਤਿਰਕਾਲਦਰਸ਼ੀ ਸਥਿਤੀ ਵਿੱਚ ਸਥਿਤ ਰਹਿੰਦੇ ਹਨ, ਉਹ ਆਪਣੀ ਸਵ ਸਥਿਤੀ ਦੁਆਰਾ ਹਰ ਪ੍ਰਸਥਿਤੀ ਨੂੰ ਇਵੇਂ ਪਾਰ ਕਰ ਲੈਂਦੇ ਹਨ ਜਿਵੇਂ ਕੁਝ ਸੀ ਹੀ ਨਹੀਂ। ਨੌਲੇਜਫੁਲ ਤਿਰਕਾਲਦਰਸ਼ੀ ਆਤਮਾਵਾਂ ਸਮੇਂ ਪ੍ਰਮਾਣ ਹਰ ਸ਼ਕਤੀ ਨੂੰ, ਹਰ ਪੁਆਇੰਟ ਨੂੰ, ਹਰ ਗੁਣ ਨੂੰ ਆਰਡਰ ਨਾਲ ਚਲਾਉਂਦੇ ਹਨ। ਇਹੀ ਨਹੀਂ ਕਿ ਸਮਾਂ ਆਉਣ ਤੇ ਆਰਡਰ ਕਰਨ ਸਹਿਨ ਸ਼ਕਤੀ ਨੂੰ ਅਤੇ ਕੰਮ ਪੂਰਾ ਹੋ ਜਾਵੇ ਫਿਰ ਸਹਿਨ ਸ਼ਕਤੀ ਆਵੇ। ਜਿਸ ਸਮੇਂ ਜੋ ਸ਼ਕਤੀ ਜਿਸ ਵਿਧੀ ਨਾਲ ਚਾਹੀਦੀ ਹੈ, ਉਸ ਸਮੇਂ ਆਪਣਾ ਕੰਮ ਕਰਨ ਤਾਂ ਕਹਾਂਗੇ ਖਜ਼ਾਨਿਆਂ ਦੇ ਮਾਲਕ ਮਾਸਟਰ ਤਿਰਕਾਲਦਰਸ਼ੀ। ਸਲੋਗਨ ਹੈਗਾ, ਜੋ ਸਦਾ ਖੁਸ਼ ਰਹਿੰਦੇ ਹਨ ਅਤੇ ਸਭ ਨੂੰ ਖੁਸ਼ੀ ਵੰਡਦੇ ਹਨ, ਉਹ ਹੀ ਸੱਚੇ ਸੇਵਾਧਾਰੀ ਹਨ। ਜੋ ਸਦਾ ਖੁਸ਼ ਰਹਿੰਦੇ ਹਨ, ਸਭ ਨੂੰ ਖੁਸ਼ੀ ਵੰਡਦੇ ਹਨ, ਉਹ ਹੀ ਸੱਚੇ ਸੇਵਾਧਾਰੀ ਹਨ। ਓਮ ਸ਼ਾਂਤੀ।